ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਅਤੇ ਵਿਚਾਰ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਓ ਅੱਜ ਜਪਜੀ ਸਾਹਿਬ ਜੀ ਦੀ 26ਵੀਂ ਪੌੜੀ ਦਾ ਮੂਲ ਪਾਠ ਅਤੇ ਸਰਲ ਵਿਆਖਿਆ ਸਾਂਝੀ ਕਰਦੇ ਹਾਂ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਪੌੜੀ ਦਾ ਮੂਲ ਪਾਠ ਸਾਂਝਾ ਕਰੀਏ ਜੀ। ਵਾਹਿਗੁਰੂ ਸਾਹਿਬ ਜੀਓ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵੈ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਬਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸ਼ੀਸ਼ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖੈ ਵੇਦ ਪਾਠ ਪੁਰਾਣ, ਆਖੈ ਪੜੇ ਕਰੈ ਵਖਿਆਨ। ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਵਿੰਦ। ਆਖੈ ਈਸ਼ਰ ਆਖੈ ਸਿੱਧ, ਆਖੈ ਕੇਤੇ ਕੀਤੇ ਬੁੱਧ। ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁਨ ਜਨ ਸੇਵ। ਕੇਤੇ ਆਖੈ ਆਖਣ ਪਾਹੇ, ਕੇਤੇ ਕਹਿ ਕਹਿ ਉਠ ਉਠ ਜਾਹੇ। ਏਤੇ ਕੀਤੇ ਹੋਰ ਕਰੇ, ਤਾਂ ਆਖ ਨ ਸਕੈ ਕੇਈ ਕੇ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਜੀ ਦੀਆਂ ਇਹਨਾਂ ਚੱਲ ਰਹੀਆਂ ਪੌੜੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਉਸ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦੀ ਬੇਅੰਤਤਾ, ਉਹਦੀ ਅਮੋਲਕਤਾ ਦਾ ਜ਼ਿਕਰ ਕਰ ਰਹੇ ਨੇ। ਲਗਾਤਾਰ ਪਿਛਲੀਆਂ ਪੌੜੀਆਂ ਦੇ ਵਿੱਚ ਉਸ ਪ੍ਰਮਾਤਮਾ ਦੇ ਬੇਅੰਤ ਹੋਣ, ਉਹਦਾ ਪਾਰ-ਵਾਰ ਨਾ ਪਾਣ ਸਕਣ ਦੀਆਂ ਗੱਲਾਂ ਵਾਰ-ਵਾਰ ਆ ਰਹੀਆਂ ਹਨ। ਤੇ ਇਸ ਪੌੜੀ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਇਹਨਾਂ ਹੀ ਗੱਲਾਂ ਦਾ ਹੋਰ ਵਿਸਥਾਰ ਕਰ ਰਹੇ ਨੇ ਕਿ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਬੇਅੰਤ ਹੈ। ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਸ ਦਾ ਥਹੁ ਨਹੀਂ ਪਾਇਆ ਜਾ ਸਕਦਾ। ਉਸ ਦਾ ਉਰਲਾ ਪਾਸਾ ਪਰਲਾ ਪਾਸਾ ਅਜਿਹਾ ਕਿਸੇ ਵੀ ਤਰੀਕੇ ਨਾਲ ਗਿਣਤੀ ਮਿਣਤੀ ਦੇ ਵਿੱਚ ਬੰਨਣ ਦਾ ਜੇਕਰ ਯਤਨ ਕੀਤਾ ਜਾਵੇ ਤਾਂ ਪ੍ਰਮਾਤਮਾ ਕਿਸੇ ਵੀ ਤਰ੍ਹਾਂ ਦੀ ਗਿਣਤੀ ਮਿਣਤੀ ਦੇ ਵਿੱਚ ਨਹੀਂ ਬੱਝ ਸਕਦਾ। ਇਹਨਾਂ ਹੀ ਗੱਲਾਂ ਦਾ ਵਿਸਥਾਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਅੱਜ ਦੀ ਪੌੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਹਨ। ਪਹਿਲੀ ਤੁਕ ਦੇ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਨੇ, ਅਮੁੱਲ ਗੁਣ ਅਮੁੱਲ ਵਾਪਾਰ, ਕਿ ਪਰਮਾਤਮਾ ਦੇ ਜਿਹੜੇ ਗੁਣ ਹਨ, ਭਾਵ ਕਿ ਰੱਬੀ ਗੁਣ, ਚੰਗੇ ਗੁਣ, ਉਹ ਗੁਣ ਜਿਨ੍ਹਾਂ ਨੂੰ ਕਿਸੇ ਚੰਗੇ ਇਨਸਾਨ ਦੇ ਵਿੱਚ ਹੋਣਾ ਜ਼ਰੂਰੀ ਹੈ, ਜਾਂ ਜਿਨ੍ਹਾਂ ਚੰਗੇ ਗੁਣਾਂ ਨੂੰ ਧਾਰਮਿਕ ਅਦਾਰਿਆਂ ਦੇ ਵਿੱਚ ਪ੍ਰਚਾਰਿਆ ਜਾਂਦਾ ਹੈ ਕਿ ਸੱਚੇ ਬਣੋ, ਚੰਗੇ ਬਣੋ, ਦਇਆਵਾਨ ਬਣੋ, ਕਿਸੇ ਦੀ ਮਦਦ ਕਰੋ, ਆਪਣੀ ਕਿਰਤ ਕਰੋ, ਚੰਗੇ ਬਣ ਕੇ ਰਹੋ, ਸੱਚੇ ਸੁੱਚੇ ਇਨਸਾਨ ਬਣੋ। ਇਹ ਸਾਰੇ ਗੁਣ ਜਿਹੜੇ ਕਿ ਇੱਕ ਚੰਗੇ ਨਾਗਰਿਕ ਦੇ ਵਿੱਚ ਹੋਣੇ ਚਾਹੀਦੇ ਨੇ, ਚੰਗੇ ਇਨਸਾਨ ਦੇ ਵਿੱਚ ਹੋਣੇ ਚਾਹੀਦੇ ਨੇ, ਉਹ ਸਾਰੇ ਗੁਣਾਂ ਨੂੰ ਅਸੀਂ ਰੱਬੀ ਗੁਣ ਆਖਦੇ ਹਾਂ। ਤੇ ਗੁਰੂ ਨਾਨਕ ਸਾਹਿਬ ਜੀ ਕੀ ਕਹਿ ਰਹੇ ਨੇ ਕਿ ਅਮੁੱਲ ਗੁਣ, ਇਹ ਸਾਰੇ ਗੁਣ ਜਿਹੜੇ ਕਿ ਪਰਮਾਤਮਾ ਦੇ ਚੰਗੇ ਗੁਣ ਹਨ, ਇਹ ਬੜੇ ਅਮੁੱਲ ਹਨ। ਅਮੁੱਲ ਦਾ ਭਾਵ ਅਮੋਲਕ, ਜਿਸ ਦਾ ਮੁੱਲ ਨਾ ਪਾਇਆ ਜਾ ਸਕਦਾ ਹੋਵੇ।
ਜਿਸ ਨੂੰ ਖਰੀਦਿਆ ਨਾ ਜਾ ਸਕਦਾ ਹੋਵੇ। ਕਿ ਕੁਝ ਚੀਜ਼ਾਂ ਪੈਸੇ ਨਾਲ ਖਰੀਦੀਆਂ ਜਾ ਸਕਦੀਆਂ ਹਨ, ਪਰ ਕੁਝ ਚੀਜ਼ਾਂ ਨੂੰ ਅਸੀਂ ਪੈਸੇ ਦੇ ਨਾਲ ਨਹੀਂ ਖਰੀਦ ਸਕਦੇ। ਬਸ ਉਹਨਾਂ ਨੂੰ ਅਸੀਂ ਆਪਣੀ ਮਿਹਨਤ, ਆਪਣੀ ਚੰਗੀ ਸੋਚ ਦੇ ਨਾਲ ਸਿਰਫ ਕਮਾ ਸਕਦੇ ਹਾਂ। ਉਹਨਾਂ ਨੂੰ ਸਿਰਫ ਧਾਰਨ ਕਰ ਸਕਦੇ ਹਾਂ, ਪਰ ਖਰੀਦੇ ਨਹੀਂ ਜਾ ਸਕਦੇ। ਉਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਤੁਸੀਂ ਦੱਸੋ ਕਿ ਅਸੀਂ ਆਪਣੇ ਮਾਂ-ਬਾਪ ਦੇ ਪਿਆਰ ਦਾ ਮੁੱਲ ਕਿਸ ਤਰੀਕੇ ਨਾਲ ਪਾ ਸਕਦੇ ਹਾਂ? ਭੈਣ-ਭਰਾ ਦੇ ਪਿਆਰ ਦਾ ਆਪਸ ਦੇ ਵਿੱਚ ਮੁੱਲ ਕਿਸ ਤਰ੍ਹਾਂ ਪੈ ਸਕਦਾ ਹੈ? ਪਤੀ-ਪਤਨੀ ਦੇ ਪਿਆਰ ਦਾ ਆਪਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਿਆਰ ਦਾ ਮੁੱਲ ਕਿਵੇਂ ਪੈ ਸਕਦਾ ਹੈ ਕਿ ਮੈਂ ਤੈਨੂੰ ਇੰਨਾ ਪਿਆਰ ਕੀਤਾ, ਤੂੰ ਉਹਦਾ ਮੁੱਲ ਧਾਰ। ਅਸੀਂ ਕਿਸ ਤਰੀਕੇ ਨਾਲ ਕਿਸੇ ਦੇ ਕੀਤੇ ਹੋਏ ਪਿਆਰ ਦਾ ਮੁੱਲ ਪਾ ਸਕਦੇ ਹਾਂ? ਇਹ ਕਦੀ ਨਹੀਂ ਹੋ ਸਕਦਾ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਜਿਨ੍ਹਾਂ ਨੂੰ ਪੈਸੇ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ, ਉਹਨਾਂ ਨੂੰ ਅਸੀਂ ਅਮੁੱਲ ਆਖਦੇ ਹਾਂ। ਇਹ ਸ਼ਬਦ ਵਾਰ-ਵਾਰ ਇਸ ਪੌੜੀ ਦੇ ਵਿੱਚ ਆਏਗਾ। ਵਾਰ-ਵਾਰ ਅਸੀਂ ਇਸ ਦਾ ਅਰਥ ਨਹੀਂ ਕਰਾਂਗੇ। ਇੱਕ ਵਾਰ ਸਮਝਾਂਗੇ, ਅਮੁੱਲ ਉਹ ਵਸਤੂ ਜਿਸ ਨੂੰ ਪੈਸੇ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ, ਜਿਸ ਦਾ ਬਾਜ਼ਾਰ ਦੇ ਵਿੱਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਹੁਣ ਗੁਰੂ ਨਾਨਕ ਸਾਹਿਬ ਜੀ ਪਹਿਲੀ ਤੁਕ 'ਚ ਕੀ ਕਹਿ ਰਹੇ ਨੇ? ਅਮੁੱਲ ਗੁਣ ਅਮੁੱਲ ਵਪਾਰ, ਕਿ ਪਰਮਾਤਮਾ ਦੇ ਜਿਹੜੇ ਰੱਬੀ ਗੁਣ ਨੇ ਉਹ ਬੜੇ ਅਮੋਲਕ ਹਨ, ਉਹ ਖਰੀਦੇ ਨਹੀਂ ਜਾ ਸਕਦੇ। ਤੇ ਅਮੁੱਲ ਵਪਾਰ, ਕਿ ਇਹਨਾਂ ਗੁਣਾਂ ਦਾ ਵਪਾਰ ਉਹ ਵੀ ਬੜਾ ਅਮੋਲਕ ਹੈ। ਹੁਣ ਇੱਕ ਪਾਸੇ ਅਸੀਂ ਕੀ ਕਹਿ ਰਹੇ ਹਾਂ ਕਿ ਪੈਸਾ ਦੇ ਕੇ ਅਸੀਂ ਖਰੀਦ ਨਹੀਂ ਸਕਦੇ, ਤੇ ਇੱਥੇ ਪਹਿਲੀ ਤੁਕ ਦੇ ਵਿੱਚ ਹੀ ਵਪਾਰ ਦੀ ਗੱਲ ਆ ਗਈ ਕਿ ਇਸ ਗੁਣਾਂ ਦਾ ਵਪਾਰ ਕਰਨਾ ਵੀ ਬੜਾ ਅਮੋਲਕ ਹੈ। ਤੇ ਹੁਣ ਇੱਥੇ ਗੱਲ ਇਹ ਹੈ, ਪ੍ਰਸ਼ਨ ਇਹ ਹੈ ਕਿ ਇਹਨਾਂ ਦਾ ਫਿਰ ਵਪਾਰ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ? ਜੇਕਰ ਸਾਨੂੰ ਕੋਈ ਪਿਆਰ ਕਰ ਰਿਹਾ ਹੈ ਤਾਂ ਅਸੀਂ ਉਹਦੇ ਪਿਆਰ ਨੂੰ ਖਰੀਦ ਨਹੀਂ ਸਕਦੇ। ਅਸੀਂ ਬਦਲੇ ਦੇ ਵਿੱਚ ਉਸ ਨੂੰ ਪਿਆਰ ਕਰਕੇ ਹੀ ਉਹਦਾ ਪਿਆਰ ਦਾ ਮੁੱਲ ਤਾਰ ਸਕਦੇ ਹਾਂ। ਜੇਕਰ ਕੋਈ ਸਾਡੀ ਕਦਰ ਕਰ ਰਿਹਾ ਹੈ ਤਾਂ ਅਸੀਂ ਬਦਲੇ 'ਚ ਉਹਦੀ ਕਦਰ ਕਰਕੇ ਹੀ ਉਸ ਦੀ ਕਦਰ ਦਾ ਮੁੱਲ ਮੋੜ ਸਕਦੇ ਹਾਂ। ਇਹ ਵਪਾਰ ਹੈ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਚੰਗੇ ਗੁਣ ਮਿਲੇ, ਉਸੇ ਤਰੀਕੇ ਦੇ ਨਾਲ ਚੰਗੇ ਗੁਣ ਅਸੀਂ ਅੱਗੇ ਦਿੱਤੇ, ਇੱਕ ਦੂਜੇ ਦੇ ਨਾਲ ਚੰਗੇ ਗੁਣਾਂ ਦਾ ਲੈਣ ਦੇਣ ਕੀਤਾ। ਇਹ ਵਪਾਰ ਹੈ। ਤੇ ਹੁਣ ਗੁਰੂ ਸਾਹਿਬ ਇਹੀ ਕਹਿ ਰਹੇ ਨੇ ਕਿ ਚੰਗੇ ਗੁਣ ਖਰੀਦੇ ਨਹੀਂ ਜਾ ਸਕਦੇ, ਤੇ ਨਾ ਹੀ ਚੰਗੇ ਗੁਣਾਂ ਦਾ ਵਪਾਰ ਜਿਹੜਾ ਹੈ ਉਹਨੂੰ ਤੁਸੀਂ ਬਾਜ਼ਾਰੀ ਮੁੱਲ ਦਾ ਨਾਲ ਕਰ ਸਕਦੇ ਹੋ, ਤੇ ਨਾ ਹੀ ਤੁਸੀਂ ਚੰਗੇ ਗੁਣਾਂ ਦਾ ਜਿਹੜਾ ਵਪਾਰ ਹੈ ਉਹਨੂੰ ਪੈਸਿਆਂ ਦੇ ਨਾਲ ਕਰ ਸਕਦੇ ਹੋ। ਇਸ ਲਈ ਇਹ ਵਪਾਰ ਵੀ ਬੜਾ ਜਿਹੜਾ ਹੈ ਅਮੁੱਲਾ ਹੈ। ਕੋਈ ਵਿਅਕਤੀ ਇਸ ਵਪਾਰ ਨੂੰ ਕਰ ਸਕਦਾ ਹੈ। ਹਰ ਕੋਈ ਵਿਅਕਤੀ, ਉਹ ਜਿਤਨਾ ਮਰਜ਼ੀ ਧਨਵਾਨ ਹੋਵੇ ਜਾਂ ਗਰੀਬ ਹੋਵੇ, ਉਹ ਇਸ ਵਪਾਰ ਨੂੰ ਨਹੀਂ ਕਰ ਸਕਦਾ। ਇਸ ਵਪਾਰ ਨੂੰ ਕਰਨ ਦੇ ਲਈ ਰੱਬੀ ਗੁਣਾਂ ਨੂੰ ਧਾਰਨ ਹੀ ਕਰਨਾ ਪਵੇਗਾ, ਉਹਨਾਂ ਅਨੁਸਾਰ ਜੀਵਨ ਜਿਉਣਾ ਪਏਗਾ, ਤਾਂ ਅਸੀਂ ਇਹਨਾਂ ਚੀਜ਼ਾਂ ਦਾ ਵਪਾਰ ਕਰ ਸਕਦੇ ਹਾਂ। ਤੇ ਹੁਣ ਗੁਰੂ ਸਾਹਿਬ ਜੀ ਕੀ ਕਹਿ ਰਹੇ ਨੇ ਕਿ ਰੱਬੀ ਗੁਣ ਜਿਹੜੇ ਨੇ ਅਮੋਲਕ ਨੇ, ਤੇ ਰੱਬੀ ਗੁਣਾਂ ਦਾ ਜਿਹੜਾ ਵਪਾਰ ਹੈ ਉਹ ਵੀ ਅਮੋਲਕ ਹੈ। ਅੱਗੇ ਗੁਰੂ ਸਾਹਿਬ ਦੂਸਰੀ ਤੁਕ 'ਚ ਕਹਿ ਰਹੇ ਨੇ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਪਹਿਲਾਂ ਸੀ ਬਿਜ਼ਨਸ ਦੀ ਗੱਲ, ਹੁਣ ਇਸ ਤੁਕ ਦੇ ਵਿੱਚ ਹੈ ਬਿਜ਼ਨਸਮੈਨ ਦੀ ਗੱਲ, ਕਿ ਨਾ ਤਾਂ ਪਰਮਾਤਮਾ ਦੇ ਗੁਣਾਂ ਦਾ ਵਪਾਰ ਜਿਹੜਾ ਹੈ ਉਹ ਅਮੋਲਕ ਹੈ, ਪੈਸਿਆਂ ਦੇ ਨਾਲ ਨਹੀਂ ਕੀਤਾ ਜਾ ਸਕਦਾ। ਤੇ ਹੁਣ ਗੁਰੂ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਇਸ ਗੁਣਾਂ ਦੇ ਵਪਾਰ ਨੂੰ ਕਰਦੇ ਨੇ, ਜਿਹੜੇ ਵਪਾਰੀ ਨੇ, ਗੁਣਾਂ ਦੇ ਵਪਾਰੀ ਨੇ, ਉਹ ਵੀ ਬੜੇ ਅਮੋਲਕ ਨੇ। ਉਹ ਵਪਾਰੀਆਂ ਨੂੰ ਵੀ ਨਹੀਂ ਖਰੀਦਿਆ ਜਾ ਸਕਦਾ। ਤੇ ਅਮੁੱਲ ਭੰਡਾਰ, ਪਰਮਾਤਮਾ ਦੇ ਗੁਣਾਂ ਦਾ ਖਜ਼ਾਨਾ। ਅਸੀਂ ਇੱਕ ਗੁਣ ਦੀ ਗੱਲ ਕਰੀਏ, ਇੱਕ ਗੁਣ ਨਹੀਂ ਖਰੀਦਿਆ ਜਾ ਸਕਦਾ। ਜਿੱਥੇ ਬਹੁਤ ਸਾਰੇ ਗੁਣ ਹੋਣਗੇ ਉਹਨਾਂ ਨੂੰ ਅਸੀਂ ਕਿੱਦਾਂ ਖਰੀਦ ਸਕਦੇ ਹਾਂ? ਗੁਣਾਂ ਦੇ ਖਜ਼ਾਨੇ ਨੂੰ ਕਿਸ ਤਰ੍ਹਾਂ ਖਰੀਦ ਸਕਦੇ ਹਾਂ? ਕਿ ਇੱਕ ਚੀਜ਼ ਖਰੀਦਣੀ ਔਖੀ ਹੈ, ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਸੁਖਾਵੇਂ ਗੁਣ ਪਏ ਨੇ, ਚੰਗੇ ਰੱਬੀ ਗੁਣ ਪਏ ਨੇ, ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਖਰੀਦ ਸਕਦੇ ਹਾਂ? ਇਸੇ ਲਈ ਗੁਰੂ ਸਾਹਿਬ ਜੀ ਨੇ ਕਿਹਾ ਅਮੁੱਲ ਭੰਡਾਰ, ਕਿ ਗੁਣਾਂ ਦਾ ਭੰਡਾਰ ਵੀ ਜਿਹੜਾ ਹੈ ਉਹ ਅਮੋਲਕ ਹੈ। ਅਮੁੱਲ ਆਵੇਂ ਅਮੁੱਲ ਲੈ ਜਾਹੇ। ਕਹਿੰਦੇ ਨੇ ਕਿ ਪਰਮਾਤਮਾ ਦੇ ਰੱਬੀ ਗੁਣਾਂ ਦਾ ਵਪਾਰ ਕਰਨ ਵਾਲੇ ਬੇਅੰਤ ਜੀਵ ਇੱਥੇ ਆਉਂਦੇ ਨੇ ਤੇ ਅਮੁੱਲ ਲੈ ਜਾਹੇ, ਤੇ ਉਹ ਇਹਨਾਂ ਰੱਬੀ ਗੁਣਾਂ ਦਾ ਵਪਾਰ ਕਰਕੇ ਚਲੇ ਜਾਂਦੇ ਨੇ। ਅਮੋਲਕ ਗੁਣਾਂ ਨੂੰ ਲੈ ਕੇ ਇੱਥੋਂ ਚਲੇ ਜਾਂਦੇ ਨੇ। ਅਮੁੱਲ ਆਵੇਂ ਅਮੁੱਲ ਲੈ ਜਾਹੇ, ਕਿ ਅਮੁੱਲੇ ਵਪਾਰੀ ਆਉਂਦੇ ਨੇ ਤੇ ਅਮੋਲਕ ਵਪਾਰ ਕਰਕੇ ਚਲੇ ਜਾਂਦੇ ਹਨ। ਅਮੁੱਲ ਭਾਏ ਅਮੁੱਲਾ ਸਮਾਹੇ। ਦੋ ਚੀਜ਼ਾਂ ਗੁਰਬਾਣੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਦਰਜ ਹੋਈਆਂ ਨੇ। ਇੱਕ ਹੈ ਭਉ, ਦੂਜਾ ਹੈ ਭਾਉ। ਦੋਨਾਂ ਦੇ ਵਿੱਚ ਭੱਬਾ ਤੇ ਊੜਾ ਇਹੀ ਆ ਰਿਹਾ, ਪਰ ਸਿਰਫ ਮਾਤਰਾਵਾਂ ਦੇ ਫਰਕ ਦੇ ਨਾਲ ਦੋਨਾਂ ਦਾ ਅਰਥ ਜਿਹੜਾ ਹੈ ਉਹ ਬਦਲ ਜਾਂਦਾ ਹੈ।
ਭਉ ਹੈ ਡਰ ਤੇ ਭਾਉ ਹੈ ਪਿਆਰ। ਪਰਮਾਤਮਾ ਦੇ ਡਰ ਦੇ ਵਿੱਚ ਰਹਿਣਾ ਤੇ ਪਰਮਾਤਮਾ ਦੇ ਨਾਲ ਪਿਆਰ ਪਾ ਕੇ ਰਹਿਣਾ, ਇਹ ਸਾਨੂੰ ਸਿੱਖੀ ਸਿਖਾਉਂਦੀ ਹੈ ਕਿ ਅਸੀਂ ਪਰਮਾਤਮਾ ਦੇ ਨਿਰਮਲ ਡਰ 'ਚ ਰਹੀਏ ਤੇ ਪਰਮਾਤਮਾ ਦੇ ਨਾਲ ਪਿਆਰ ਪਾ ਕੇ ਰਹੀਏ, ਕਿ ਸਾਨੂੰ ਆਪਣੇ ਪਿਤਾ ਦਾ ਡਰ ਵੀ ਹੋਵੇ ਤੇ ਸਾਨੂੰ ਆਪਣੇ ਪਿਤਾ ਨਾਲ ਪਿਆਰ ਵੀ ਹੋਵੇ। ਇਹ ਗੱਲ ਸਾਨੂੰ ਗੁਰਬਾਣੀ ਸਮਝਾਉਂਦੀ ਹੈ। ਤੇ ਇਸ ਤੁਕ ਦੇ ਵਿੱਚ ਕੀ ਹੈ? ਅਮੁੱਲ ਭਾਏ ਅਮੁੱਲਾ ਸਮਾਹੇ। ਕਹਿੰਦੇ ਨੇ ਕਿ ਜਿਹੜੇ ਪਰਮਾਤਮਾ ਦੇ ਪਿਆਰ ਦੇ ਵਿੱਚ ਭਿੱਜੇ ਹੋਏ ਨੇ, ਜਿਹੜੇ ਪਰਮਾਤਮਾ ਦੇ ਪਿਆਰ ਦੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਪਰਮਾਤਮਾ ਦਾ ਪਿਆਰ ਪ੍ਰਾਪਤ ਹੋ ਗਿਆ, ਉਹ ਵੀ ਅਮੋਲਕ ਹਨ, ਉਹ ਵੀ ਕੀਮਤੀ ਹਨ, ਉਹ ਵੀ ਖਰੀਦੇ ਨਹੀਂ ਜਾ ਸਕਦੇ। ਅਮੁੱਲਾ ਸਮਾਹੇ, ਜਿਹੜੇ ਪਰਮਾਤਮਾ ਦੇ ਨਾਮ ਦੇ ਵਿੱਚ ਸਮਾਏ ਹੋਏ ਨੇ, ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਗਏ ਨੇ, ਉਹ ਵੀ ਅਮੋਲਕ ਨੇ। ਪਰਮਾਤਮਾ ਦੇ ਨਾਲ ਪਿਆਰ ਪਾਉਣ ਵਾਲੇ ਵੀ ਅਮੋਲਕ ਨੇ ਤੇ ਪਰਮਾਤਮਾ ਦੇ ਨਾਮ 'ਚ ਸਮਾ ਜਾਣ ਵਾਲੇ ਉਹ ਵੀ ਅਮੋਲਕ ਨੇ। ਅਮੁੱਲ ਧਰਮ ਅਮੁੱਲ ਦੀਬਾਨ। ਪਰਮਾਤਮਾ ਦਾ ਬਣਾਇਆ ਹੋਇਆ ਜਿਹੜਾ ਧਰਮ, ਪਰਮਾਤਮਾ ਦਾ ਬਣਾਇਆ ਹੋਇਆ ਜਿਹੜਾ ਨਿਯਮ, ਉਹ ਵੀ ਬੜਾ ਅਮੋਲਕ ਹੈ। ਧਰਮ ਇੱਥੇ ਨਿਯਮ ਦੀ ਗੱਲ ਆ ਰਹੀ ਹੈ ਕਿ ਉਹ ਨਿਯਮ ਜਿਸ ਦੇ ਨਾਲ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ, ਜਿਸ ਦੇ ਨਾਲ ਸਾਰਾ ਬ੍ਰਹਿਮੰਡ ਚੱਲ ਰਿਹਾ ਹੈ, ਜਿਸ ਦੇ ਨਾਲ ਜੀਵਨ ਚੱਲ ਰਿਹਾ ਹੈ, ਇਹ ਸਾਰੀਆਂ ਚੀਜ਼ਾਂ ਨੂੰ ਧਰਮ ਦਾ ਨਾਮ ਦਿੱਤਾ ਗਿਆ, ਨਿਯਮ ਦਾ ਨਾਮ ਦਿੱਤਾ ਗਿਆ ਕਿ ਇਹ ਨਿਯਮ, ਇਹ ਧਰਮ ਵੀ ਜਿਹੜਾ ਹੈ ਅਮੋਲਕ ਹੈ। ਤੇ ਪਰਮਾਤਮਾ ਦਾ ਦੀਵਾਨ, ਪਰਮਾਤਮਾ ਦਾ ਦਰਬਾਰ, ਉਹ ਵੀ ਅਮੋਲਕ ਹੈ ਕਿ ਜਿੱਥੇ ਪਰਮਾਤਮਾ ਜੀ ਆਪ ਵਸੇ ਹੋਏ ਨੇ। ਬੇਸ਼ੱਕ ਸਾਨੂੰ ਗੁਰਬਾਣੀ ਦੇ ਵਿੱਚ ਥਾਂ ਪਰ ਥਾਂ ਇਹ ਦੱਸਿਆ ਗਿਆ ਕਿ ਪਰਮਾਤਮਾ ਨਿਰੰਕਾਰ ਹੈ, ਪਰਮਾਤਮਾ ਕਿਸੇ ਇੱਕ ਖਾਸ ਥਾਂ ਦੇ ਉੱਤੇ ਸਥਿਤ ਨਹੀਂ ਹੈ, ਪਰਮਾਤਮਾ ਕਿਸੇ ਇੱਕ ਥਾਂ ਦੇ ਉੱਤੇ ਨਹੀਂ ਰਹਿ ਰਿਹਾ, ਪਰਮਾਤਮਾ ਦਾ ਸਰੂਪ ਨਹੀਂ ਹੈ, ਪਰਮਾਤਮਾ ਇੱਕ ਸ਼ਕਤੀ ਹੈ। ਪਰ ਫਿਰ ਵੀ ਅਸੀਂ ਜਦੋਂ ਜੀਵ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਹਾਂ ਤੇ ਸਾਨੂੰ ਇਸ ਤਰੀਕੇ ਨਾਲ ਮਹਿਸੂਸ ਹੁੰਦਾ ਹੈ ਕਿ ਪਰਮਾਤਮਾ ਸ਼ਾਇਦ ਇੱਕ ਇਨਸਾਨਾਂ ਦੇ ਵਰਗਾ ਹੈ, ਇੱਕ ਵੱਡਾ ਇਨਸਾਨ ਹੈ ਤੇ ਕਿਸੇ ਇੱਕ ਥਾਂ ਦੇ ਉੱਤੇ ਬੈਠ ਕੇ ਇਸ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ। ਇਹ ਇਲੂਜ਼ਨ ਸਾਡੇ ਦਿਮਾਗ ਦੇ ਵਿੱਚ ਪਰਮਾਤਮਾ ਦੇ ਪਿਆਰ ਦੇ ਨਾਲ ਜੁੜ ਜਾਣ ਤੋਂ ਬਾਅਦ ਪੈਦਾ ਹੁੰਦਾ ਹੈ ਤੇ ਜਿਸ ਦਾ ਜ਼ਿਕਰ ਵੀ ਗੁਰਬਾਣੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਕੀਤਾ ਗਿਆ ਹੈ। ਤੇ ਇਸ ਤੁਕ ਦੇ ਵਿੱਚ ਵੀ ਗੁਰੂ ਸਾਹਿਬ ਜੀ ਨੇ ਅਜਿਹਾ ਜ਼ਿਕਰ ਹੀ ਕੀਤਾ ਹੈ ਕਿ ਅਮੁੱਲ ਦੀਬਾਨ, ਪਰਮਾਤਮਾ ਦਾ ਉਹ ਦਰਬਾਰ ਜਿੱਥੇ ਪਰਮਾਤਮਾ ਜੀ ਬੈਠੇ ਹੋਏ ਨੇ, ਉਹ ਵੀ ਅਮੋਲਕ ਹੈ। ਅਮੁੱਲ ਤੁਲ ਅਮੁੱਲ ਪਰਵਾਨ। ਤੁਲ ਕਹਿੰਦੇ ਨੇ ਤਕੜੀ ਨੂੰ, ਪਰਵਾਨ ਕਹਿੰਦੇ ਨੇ ਤਕੜੀ ਦੇ ਉੱਤੇ ਰੱਖਿਆ ਜਾਣ ਵਾਲਾ ਵੱਟਾ, ਜਿਸ ਦੇ ਨਾਲ ਤੋਲਿਆ ਜਾਂਦਾ ਹੈ। ਕਿ ਉਹ ਤਕੜੀ, ਉਹ ਤੱਕੜ ਜਿਸ ਦੇ ਨਾਲ ਪਰਮਾਤਮਾ ਜੀ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਤੋਲ ਕਰਦੇ ਪਏ ਨੇ, ਕਹਿੰਦੇ ਨੇ ਕਿ ਉਹ ਤੱਕੜ ਬੜਾ ਕੀਮਤੀ ਹੈ ਤੇ ਉਹ ਤੋਲਣ ਦੇ ਲਈ ਜਿਹੜੇ ਵੱਟੇ ਨੇ ਉਹ ਵੀ ਬੜੇ ਕੀਮਤੀ ਨੇ। ਪ੍ਰਵਾਨ ਦਾ ਭਾਵ ਉਹ ਵੱਟੇ, ਉਹ ਵੇਟ ਜਿਨ੍ਹਾਂ ਦੇ ਨਾਲ ਚੰਗੇ ਮੰਦੇ ਕਰਮ ਜਿਹੜੇ ਨੇ ਉਹ ਤੋਲੇ ਜਾ ਰਹੇ ਨੇ। ਇਹ ਇੱਕ ਬਿਰਤਾਂਤ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਸਾਰੀਆਂ ਚੀਜ਼ਾਂ ਹੀ ਅਮੋਲਕ ਨੇ, ਕਿਸੇ ਨੂੰ ਤੁਸੀਂ ਖਰੀਦ ਨਹੀਂ ਸਕਦੇ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ। ਬਖਸ਼ੀਸ਼ ਭਾਵ ਬਖਸ਼ਿਸ਼ਾਂ, ਪਰਮਾਤਮਾ ਦੀਆਂ ਦਾਤਾਂ। ਪਰਮਾਤਮਾ ਨੇ ਜਿਹੜੀਆਂ ਦਾਤਾਂ ਇਨਸਾਨਾਂ ਨੂੰ, ਸ੍ਰਿਸ਼ਟੀ ਨੂੰ ਦਿੱਤੀਆਂ, ਉਹ ਸਾਰੀਆਂ ਦਾਤਾਂ ਬਖਸ਼ਿਸ਼ਾਂ ਬਹੁਤ ਕੀਮਤੀ ਨੇ ਤੇ ਇਹਨਾਂ ਬਖਸ਼ਿਸ਼ਾਂ ਦੀਆਂ ਨਿਸ਼ਾਨੀਆਂ ਉਹ ਵੀ ਬੜੀਆਂ ਕੀਮਤੀ ਨੇ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ। ਅਮੁੱਲ ਕਰਮ ਅਮੁੱਲ ਫੁਰਮਾਨ। ਕਰਮ ਭਾਵ ਇੱਥੇ ਫਿਰ ਬਖਸ਼ਿਸ਼ ਦੀ ਗੱਲ, ਪਰਮਾਤਮਾ ਦੀ ਦਇਆ, ਪਰਮਾਤਮਾ ਦਾ ਸਾਡੇ ਉੱਤੇ ਮਿਹਰ ਭਰਿਆ ਜਿਹੜਾ ਹੱਥ ਰੱਖਣਾ, ਪਰਮਾਤਮਾ ਦੀ ਮਿਹਰ ਦੀ ਨਿਗਾਹ, ਉਹ ਸਾਰੀ ਐਕਸ਼ਨ ਜਿਸ ਦੇ ਨਾਲ ਪਰਮਾਤਮਾ ਦੇ ਪਿਆਰ ਸਾਡੇ ਉੱਤੇ ਡੁੱਲ ਕੇ ਪੈਂਦਾ, ਉਸ ਨੂੰ ਅਸੀਂ ਕਹਿ ਰਹੇ ਹਾਂ ਕਰਮ। ਪਰਮਾਤਮਾ ਦਾ ਉਹ ਮਿਹਰ ਦੀ ਨਿਗਾਹ, ਪਰਮਾਤਮਾ ਦੇ ਬਖਸ਼ਿਸ਼ ਵਾਲਾ ਹੱਥ, ਉਹ ਰਹਿਮ ਕਰਮ, ਉਹ ਪਰਮਾਤਮਾ ਦਾ ਬੜਾ ਅਮੋਲਕ ਹੈ। ਤੇ ਅਮੁੱਲ ਫੁਰਮਾਨ, ਪਰਮਾਤਮਾ ਦਾ ਜਿਹੜਾ ਫੁਰਮਾਨ ਭਾਵ ਪਰਮਾਤਮਾ ਦਾ ਹੁਕਮ, ਉਹ ਵੀ ਬੜਾ ਕੀਮਤੀ ਹੈ। ਇਹ ਸਾਰੀਆਂ ਚੀਜ਼ਾਂ ਜੋ ਗੁਰੂ ਸਾਹਿਬ ਜੀ ਇਹਨਾਂ ਤੁਕਾਂ ਦੇ ਵਿੱਚ ਦੱਸ ਰਹੇ ਨੇ, ਇਹਨਾਂ ਦੇ ਵਿੱਚ ਇੱਕ ਇੱਕ ਚੀਜ਼ ਦਾ ਲੈ ਕੇ ਉਹਦੇ ਨਾਲ ਅਮੁੱਲ ਵਰਡ ਜਿਹੜਾ ਹੈ ਉਹ ਲਗਾ ਰਹੇ ਨੇ ਕਿ ਇਹ ਪਰਮਾਤਮਾ ਦੇ ਸਾਰੇ ਗੁਣ ਜਿਹੜੇ ਨੇ, ਇਹ ਪਰਮਾਤਮਾ ਦੀਆਂ ਜਿੰਨੀਆਂ ਸਾਰੀਆਂ ਪ੍ਰੋਪਰਟੀਜ਼ ਨੇ, ਇਹ ਸਾਰੀਆਂ ਬਹੁਤ ਜ਼ਿਆਦਾ ਕੀਮਤੀ ਨੇ। ਅਮੁੱਲੋ ਅਮੁੱਲ ਆਖਿਆ ਨਾ ਜਾਏ। ਇਹ ਕਹਿੰਦੇ ਨੇ ਕਿ ਇੰਨਾ ਅਮੋਲਕ ਹੈ, ਮੰਨ ਲਓ ਅਮੋਲਕ ਤੋਂ ਵੀ ਕਿਤੇ ਅਮੋਲਕ। ਜਿਵੇਂ ਅਸੀਂ ਉਦਾਹਰਨ ਲੈਂਦੇ ਹਾਂ ਕਿ 100 ਸਿਆਣਿਆਂ ਤੋਂ ਬਾਅਦ ਇੱਕ ਸਿਆਣਾ, ਕਿ ਜਿੰਨੇ 100 ਸਿਆਣੇ ਨੇ ਉਹਨਾਂ ਇੱਕ ਸਿਆਣਾ, ਜਿੰਨੇ 1000 ਸਿਆਣੇ ਨੇ ਉਹਨਾਂ ਇੱਕ ਸਿਆਣਾ, ਤੇ ਜਿੰਨੀਆਂ
100 ਕੀਮਤੀ ਚੀਜ਼ਾਂ ਉਹਦੇ ਬਰਾਬਰ ਇੱਕ ਕੀਮਤੀ ਚੀਜ਼, 1000 ਕੀਮਤੀ ਚੀਜ਼ਾਂ ਉਹਦੇ ਬਰਾਬਰ ਇੱਕ ਕੀਮਤੀ ਚੀਜ਼, ਲੱਖਾਂ ਕੀਮਤੀ ਚੀਜ਼ਾਂ ਉਹਦੇ ਬਰਾਬਰ ਇੱਕ ਚੀਜ਼। ਇੱਥੇ ਕਹਿਤਾ ਅਮੁੱਲੋ ਅਮੁੱਲ, ਕਹਿੰਦੇ ਨੇ ਕਿ ਅਮੋਲਕ ਤੋਂ ਵੀ ਜ਼ਿਆਦਾ ਅਮੋਲਕ, ਬਹੁਤ ਜ਼ਿਆਦਾ ਕੀਮਤੀ ਇਹ ਸਾਰੀ ਚੀਜ਼। ਅਮੁੱਲੋ ਅਮੁੱਲ, ਕਿੰਨੀ ਆਖਿਆ ਨਾ ਜਾਏ, ਕਿ ਇਸ ਬਾਰੇ ਅਸੀਂ ਆਖ ਨਹੀਂ ਸਕਦੇ, ਇਹਨੂੰ ਗਿਣਤੀ ਮਿਣਤੀ ਦੇ ਵਿੱਚ ਅਸੀਂ ਪਰੋ ਨਹੀਂ ਸਕਦੇ। ਇਸ ਚੀਜ਼ ਨੂੰ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਸ਼ਬਦਾਂ ਦੇ ਵਿੱਚ ਨਹੀਂ ਬੰਨ ਸਕਦੇ, ਗਿਣਤੀ ਦੇ ਵਿੱਚ ਨਹੀਂ ਲਿਆ ਸਕਦੇ, ਪੈਸਿਆਂ ਦੇ ਨਾਲ ਖਰੀਦ ਨਹੀਂ ਸਕਦੇ। ਆਖਿਆ ਨਾ ਜਾਏ, ਅਸੀਂ ਇਸ ਬਾਰੇ ਆਖ ਨਹੀਂ ਸਕਦੇ। ਆਖ ਆਖ ਰਹੇ ਲਿਵਲਾਏ, ਬਹੁਤ ਸਾਰੇ ਲੋਕ ਪਰਮਾਤਮਾ ਦੇ ਨਾਮ ਦੇ ਵਿੱਚ ਜੁੜੇ ਹੋਏ, ਉਹ ਪਰਮਾਤਮਾ ਦੇ ਗੁਣਾਂ ਨੂੰ ਪਰੋਣ ਦਾ ਯਤਨ ਕਰ ਰਹੇ ਨੇ। ਬਹੁਤ ਸਾਰੇ ਜੀਵ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਏ ਪਰਮਾਤਮਾ ਦੇ ਗੁਣਾਂ ਨੂੰ ਗਿਣਨ ਦਾ ਯਤਨ ਕਰ ਰਹੇ ਨੇ, ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਮੁੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਹਿੰਦੇ ਨੇ ਪਰ ਉਹ ਕੀ ਹੈ ਕਿ ਲਾਂਦੇ ਲਾਂਦੇ ਰਹਿ ਜਾਂਦੇ ਨੇ, ਸਮਾਧੀਆਂ 'ਚ ਹੀ ਲੱਗੇ ਰਹਿ ਜਾਂਦੇ ਨੇ, ਪਰ ਇਹ ਅੰਤ ਨਹੀਂ ਪਾ ਸਕਦੇ। ਆਖੈਂ ਵੇਦ ਪਾਠ ਪੁਰਾਣ, ਹੁਣ ਇਸ ਤੋਂ ਬਾਅਦ ਕੁਝ ਤੁਕਾਂ ਦੇ ਅੱਗੇ ਆਖੈਂ ਸ਼ਬਦ ਆ ਰਿਹਾ ਹੈ। ਇੱਥੇ ਆਖੈਂ ਦਾ ਮਤਲਬ ਇਹ ਹੈ ਕਿ ਜਿਹੜੇ ਕੁਝ ਲੋਕ ਜਾਂ ਜਿਨ੍ਹਾਂ ਦਾ ਨਾਮ ਲਿਆ ਗਿਆ, ਉਹ ਸਾਰੇ ਪਰਮਾਤਮਾ ਦੇ ਗੁਣਾਂ ਨੂੰ ਗਾ ਰਹੇ ਨੇ, ਪਰਮਾਤਮਾ ਦੇ ਗੁਣਾਂ ਦਾ ਜ਼ਿਕਰ ਕਰ ਰਹੇ ਨੇ, ਪਰਮਾਤਮਾ ਨੂੰ ਯਾਦ ਕਰ ਰਹੇ ਨੇ, ਪਰਮਾਤਮਾ ਦੇ ਗੁਣਾਂ ਦਾ ਮੁੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਪਰਮਾਤਮਾ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਆਖੇ ਦਾ ਭਾਵ ਇਹੀ ਕਿ ਇਹ ਸਾਰੇ ਜੀਵ ਪਰਮਾਤਮਾ ਦੇ ਨਾਮ ਨੂੰ ਸਿਮਰ ਕੇ ਕੋਸ਼ਿਸ਼ਾਂ ਕਰ ਰਹੇ ਨੇ ਕਿ ਪਰਮਾਤਮਾ ਦਾ ਅੰਤ ਪਾਇਆ ਜਾ ਸਕੇ। ਤੇ ਕੌਣ ਕੌਣ ਕਰ ਰਹੇ ਨੇ? ਆਖੈਂ ਵੇਦ ਪਾਠ ਪੁਰਾਣ, ਕਿ ਵੇਦਾਂ ਅਤੇ ਪੁਰਾਣਾਂ ਦਾ ਪਾਠ, ਇਹਦੇ ਵਿੱਚ ਵੀ ਇਹੀ ਜ਼ਿਕਰ ਕਿ ਦੁਨੀਆ ਦੀਆਂ ਧਾਰਮਿਕ ਪੁਸਤਕਾਂ ਇਹ ਸਾਰੀਆਂ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਆਖੈਂ ਪੜ੍ਹੇ ਕਰੈ ਵਖਿਆਣ, ਬਹੁਤ ਸਾਰੇ ਲੋਕ ਦੁਨਿਆਵੀ ਧਾਰਮਿਕ ਪੁਸਤਕਾਂ ਨੂੰ ਪੜ੍ਹ ਕੇ ਉਹਨਾਂ ਦਾ ਵਖਿਆਣ ਕਰ ਕਰਕੇ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਆਖੈਂ ਬਰਮੇ ਆਖੈਂ ਇੰਦ, ਇੱਥੇ ਬਰਮੇ ਤੇ ਇੰਦ ਇਹ ਬਹੁਵਚਨ ਦੇ ਵਿੱਚ ਲਿਖਿਆ ਗਿਆ, ਬਰਮਾ ਨਹੀਂ ਲਿਖਿਆ, ਇੱਕ ਇੰਦ ਨਹੀਂ ਲਿਖਿਆ। ਆਖੇ ਹੈ ਕਿ ਆਖ ਰਹੇ ਹਨ, ਬਹੁਤ ਸਾਰੇ ਬਰਮੇ ਆਖ ਰਹੇ ਨੇ, ਬਹੁਤ ਸਾਰੇ ਇੰਦਰ ਆਖ ਰਹੇ ਨੇ ਕਿ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ 'ਚ ਇੱਕ ਬ੍ਰਹਮਾ ਨਹੀਂ ਹੈ, ਪਰਮਾਤਮਾ ਦੀ ਸ੍ਰਿਸ਼ਟੀ 'ਚ ਬੇਅੰਤ ਬ੍ਰਹਮੇ ਨੇ, ਪਰਮਾਤਮਾ ਦੀ ਸ੍ਰਿਸ਼ਟੀ ਦੇ ਵਿੱਚ ਬੇਅੰਤ ਇੰਦਰ ਨੇ। ਇਹ ਬਹੁਤ ਸਾਰੇ ਬ੍ਰਹਮਾ ਤੇ ਬਹੁਤ ਸਾਰੇ ਇੰਦਰ ਰਲ ਕੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰ ਰਹੇ ਨੇ, ਪਰਮਾਤਮਾ ਦੇ ਗੁਣਾਂ ਦਾ ਮੁੱਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਖੈਂ ਗੋਪੀ ਤੈ ਗੋਵਿੰਦ, ਬਹੁਤ ਸਾਰੀਆਂ ਗੋਪੀਆਂ ਅਤੇ ਬਹੁਤ ਸਾਰੇ ਕ੍ਰਿਸ਼ਨ, ਬਹੁਤ ਸਾਰੇ ਕਾਨ, ਬਹੁਤ ਸਾਰੀਆਂ ਗੋਪੀਆਂ ਰਲ ਮਿਲ ਕੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰ ਰਹੇ ਨੇ, ਪਰਮਾਤਮਾ ਦੇ ਗੁਣਾਂ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਖੈਂ ਈਸ਼ਰ ਆਖੈਂ ਸਿੱਧ, ਬਹੁਤ ਸਾਰੇ ਸ਼ਿਵ ਅਤੇ ਬਹੁਤ ਸਾਰੇ ਸਿੱਧ ਇਹ ਵੀ ਰਲ ਕੇ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਉਣ ਦਾ ਯਤਨ ਕਰ ਰਹੇ ਨੇ, ਕੋਸ਼ਿਸ਼ਾਂ ਕਰ ਰਹੇ ਨੇ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਇਆ ਜਾ ਸਕੇ। ਆਖੈਂ ਕੇਤੇ ਕੀਤੇ ਬੁੱਧ, ਪਰਮਾਤਮਾ ਦੀ ਬਣਾਈ ਹੋਈ ਕਾਇਨਾਤ ਦੇ ਵਿੱਚ ਬਹੁਤ ਸਾਰੇ ਬੁੱਧੀਵਾਨ ਲੋਕ ਉਹ ਵੀ ਰਲ ਕੇ ਕੋਸ਼ਿਸ਼ਾਂ ਕਰ ਰਹੇ ਨੇ, ਯਤਨ ਕਰ ਰਹੇ ਨੇ ਕਿ ਪਰਮਾਤਮਾ ਦੇ ਗੁਣਾਂ ਦਾ ਮੁੱਲ ਪਾਇਆ ਜਾ ਸਕੇ, ਪਰਮਾਤਮਾ ਦੇ ਗੁਣਾਂ ਨੂੰ ਸ਼ਬਦਾਂ ਦੇ ਵਿੱਚ ਮਿਣਿਆ ਜਾ ਸਕੇ। ਇਹ ਸਾਰੇ ਜੀਵ ਕੋਸ਼ਿਸ਼ਾਂ ਕਰ ਰਹੇ ਹਨ। ਆਖੈਂ ਦਾਨਵ ਆਖੈਂ ਦੇਵ, ਬਹੁਤ ਸਾਰੇ ਦਾਨਵ ਭਾਵ ਕਿ ਰਾਖਸ਼ ਤੇ ਬਹੁਤ ਸਾਰੇ ਦੇਵ ਦੇਵਤੇ, ਰਾਖਸ਼ ਅਤੇ ਦੇਵਤੇ ਵੀ ਰਲ ਕੇ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਯਤਨ ਕਰ ਰਹੇ ਨੇ ਕਿ ਪਰਮਾਤਮਾ ਦੇ ਸਾਰੇ ਆਰ ਪਾਰ ਉਰਵਾਰ ਨੂੰ ਸ਼ਬਦਾਂ ਦੇ ਵਿੱਚ ਪਰੋ ਕੇ ਸੀਮਤ ਕਰਨ ਦੀ ਯਤਨ ਕਰੀਏ ਕਿ ਪਰਮਾਤਮਾ ਕਿਤਨਾ ਵੱਡਾ ਹੈ। ਇਹ ਸਾਰੀਆਂ ਤੁਕਾਂ ਦੇ ਵਿੱਚ ਵਾਰ-ਵਾਰ ਇਹੀ ਜ਼ਿਕਰ ਆ ਰਿਹਾ ਹੈ ਕਿ ਬੇਅੰਤ ਲੋਕ ਕੋਸ਼ਿਸ਼ਾਂ ਕਰ ਰਹੇ ਨੇ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਇਆ ਜਾ ਸਕੇ। ਅੱਗੇ ਗੁਰੂ ਸਾਹਿਬ ਜੀ ਕਹਿ ਰਹੇ ਨੇ, ਆਖੈਂ ਸੁਰ ਨਰ ਮੁਨ ਜਨ ਸੇਵ, ਸੁਰ ਨਰ
ਉਹ ਵਾਲੇ ਨਰ ਜਿਨ੍ਹਾਂ ਦੀ ਸੋਚ ਦੇਵਤਿਆਂ ਵਰਗੀ ਹੈ। ਮੁਨ ਜਨ, ਮੁਨੀ ਜਨ, ਸਾਧੂ ਜਨ, ਕਿ ਬਹੁਤ ਸਾਰੇ ਦੁਨੀਆ ਦੇ ਵਿੱਚ ਦੇਵਤਿਆਂ ਵਰਗੇ ਇਨਸਾਨ, ਬਹੁਤ ਸਾਰੇ ਸਾਧੂ ਜਨ ਤੇ ਸੇਵਕ, ਇਹ ਸਾਰੇ ਰਲ ਮਿਲ ਕੇ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਯਤਨ ਕਰ ਰਹੇ ਨੇ। ਕੇਤੇ ਆਖੈ ਆਖਣ ਪਾਹੇ, ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੇ ਵਿੱਚ ਬੇਅੰਤ ਜੀਵ ਆਖ ਰਹੇ ਨੇ, ਬੇਅੰਤ ਜੀਵ ਆਖਣ ਦੀ ਕੋਸ਼ਿਸ਼ ਕਰ ਰਹੇ ਨੇ। ਕਿਸ ਚੀਜ਼ ਨੂੰ ਆਖਣ ਦੀ ਕੋਸ਼ਿਸ਼ ਕਰ ਰਹੇ ਨੇ? ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਪਾਇਆ ਜਾ ਸਕੇ। ਕੇਤੇ ਆਖੇ, ਕੇਤੇ ਭਾਵ ਕਈ ਆਖ ਰਹੇ ਨੇ, ਆਖਣ ਪਾਹੇ ਕੋਸ਼ਿਸ਼ਾਂ ਕਰ ਰਹੇ ਨੇ ਕਿ ਪਰਮਾਤਮਾ ਦਾ ਮੁੱਲ ਜਿਹੜਾ ਹੈ ਉਹ ਪਾਇਆ ਜਾ ਸਕੇ। ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਬੇਅੰਤ ਜੀਵ ਅਜਿਹੇ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਅੰਤ ਪਾਉਣ ਦੀ ਕੋਸ਼ਿਸ਼ ਕੀਤੀ, ਉਸ ਬਾਰੇ ਆਖਿਆ, ਉਸ ਬਾਰੇ ਜ਼ਿਕਰ ਕੀਤਾ, ਪਰ ਹੋਇਆ ਕੀ? ਕੇਤੇ ਕਹਿ ਕਹਿ ਉੱਠ ਉੱਠ ਜਾਏ, ਕਹਿੰਦੇ ਨੇ ਕਿ ਇੱਥੋਂ ਦੁਨੀਆ ਚੋਂ ਉੱਠ ਕੇ ਚਲੇ ਗਏ, ਦੁਨੀਆ ਚੋਂ ਚਲੇ ਗਏ, ਖਤਮ ਹੋ ਗਏ, ਮਰ ਗਏ, ਪਰ ਕਹਿੰਦੇ ਕਹਿੰਦੇ ਖਤਮ ਹੋ ਗਏ, ਪਰ ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਖਤਮ ਨਹੀਂ ਹੋ ਸਕੇ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਿਆ। ਏਤੇ ਕੀਤੇ ਹੋਰ ਕਰੇ, ਕਹਿੰਦੇ ਨੇ ਬੇਅੰਤ ਜੀਵਾਂ ਨੇ ਕੋਸ਼ਿਸ਼ਾਂ ਕੀਤੀਆਂ ਪਰ ਕਹਿ ਕਹਿ ਕੇ ਚਲੇ ਗਏ। ਕਹਿੰਦੇ ਨੇ ਏਤੇ ਕੀਤੇ, ਏਤੇ ਕੀਤੇ ਕਿ ਇੰਨੇ ਸਾਰੇ ਜੀਵ ਪੈਦਾ ਹੋਏ, ਹੋਰ ਕਰੇ ਕਿ ਜਿੰਨੇ ਜੀਵ ਪੈਦਾ ਕੀਤੇ ਉਸ ਤੋਂ ਵੀ ਜ਼ਿਆਦਾ ਹੋਰ ਜੀਵ ਵੀ ਰਲ ਕੇ ਕੋਸ਼ਿਸ਼ਾਂ ਕਰਨ, ਪਰਮਾਤਮਾ ਜੀ ਉਹਨਾਂ ਨੂੰ ਪੈਦਾ ਕਰਨ ਤੇ ਉਹ ਵੀ ਸਾਰੇ ਰਲ ਕੇ ਕੋਸ਼ਿਸ਼ਾਂ ਕਰਨ। ਏਤੇ ਕੀਤੇ, ਪਹਿਲਾਂ ਬੜੇ ਸਾਰੇ ਕੀਤੇ, ਹੋਰ ਕਰੇ ਪਰਮਾਤਮਾ ਜੀ ਹੋਰ ਸਾਰੇ ਜੀਵ ਪੈਦਾ ਕਰਨ ਕਿ ਉਹ ਵੀ ਸਾਰੇ ਰਲ ਮਿਲ ਕੇ ਇਹੀ ਕੋਸ਼ਿਸ਼ਾਂ ਕਰਨ ਕਿ ਅਸੀਂ ਪਰਮਾਤਮਾ ਦੇ ਗੁਣਾਂ ਦਾ ਅੰਤ ਪਾ ਸਕੀਏ, ਅਸੀਂ ਅਮੋਲਕ ਗੁਣਾਂ ਨੂੰ ਖਰੀਦ ਸਕੀਏ, ਅਸੀਂ ਉਹਨਾਂ ਦਾ ਮੁੱਲ ਤੈਅ ਕਰ ਸਕੀਏ ਕਿ ਪਰਮਾਤਮਾ ਦੇ ਗੁਣਾਂ ਦਾ ਮੁੱਲ ਕੀ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਅਗਲੀ ਤੁਕ 'ਚ ਕੀ ਕਹਿ ਰਹੇ ਨੇ? ਤਾਂ ਆਖ ਨਾ ਸਕੈ ਕੇਈ ਕੇ, ਕਹਿੰਦੇ ਨੇ ਕਿ ਬੇਅੰਤ ਜੀਵ ਤਾਂ ਕਹਿ ਕੇ ਚਲੇ ਗਏ, ਬੇਅੰਤ ਹੋਰ ਜੀਵ ਆ ਰਹੇ ਨੇ, ਇਹ ਸਾਰੇ ਰਲ ਮਿਲ ਕੇ ਵੀ ਕੋਸ਼ਿਸ਼ਾਂ ਕਰ ਲੈਣ ਤਾਂ ਵੀ ਕੀ ਹੋਏਗਾ? ਤਾਂ ਆਖ ਨਾ ਸਕੈ, ਤਾਂ ਵੀ ਕਰੋੜਾਂ ਜੀਵ ਵੀ ਰਲ ਕੇ ਕੋਸ਼ਿਸ਼ਾਂ ਕਰ ਲੈਣ ਤਾਂ ਵੀ ਇਹ ਆਖ ਨਹੀਂ ਸਕਦੇ ਕਿ ਪਰਮਾਤਮਾ ਦਾ ਮੁੱਲ ਕੀ ਪੈ ਸਕਦਾ ਹੈ, ਪਰਮਾਤਮਾ ਦੇ ਅਮੋਲਕ ਗੁਣਾਂ ਦਾ ਮੁੱਲ ਕੀ ਹੋ ਸਕਦਾ ਹੈ। ਕਹਿੰਦੇ ਨੇ ਕਿ ਇਹ ਚੀਜ਼ਾਂ, ਇਹ ਸਾਰੇ ਰਲ ਮਿਲ ਕੇ ਵੀ ਕੋਸ਼ਿਸ਼ਾਂ ਕਰਨ, ਬੇਅੰਤ ਜੀਵ, ਕਰੋੜਾਂ ਜੀਵ ਵੀ ਰਲ ਕੇ ਕੋਸ਼ਿਸ਼ਾਂ ਕਰਨ ਤਾਂ ਪਰਮਾਤਮਾ ਦੇ ਚੰਗੇ ਗੁਣ, ਰੱਬੀ ਗੁਣ, ਪਰਮਾਤਮਾ ਦੀ ਸ੍ਰਿਸ਼ਟੀ ਦਾ ਅੰਤ ਇਹ ਸਾਰੇ ਕੋਸ਼ਿਸ਼ਾਂ ਕਰਕੇ ਨਹੀਂ ਪਾ ਸਕਦੇ। ਇਹਦੇ ਪਿੱਛੇ ਇੱਕ ਲੌਜਿਕ ਗੁਰੂ ਨਾਨਕ ਸਾਹਿਬ ਜੀ ਅਗਲੀ ਤੁਕ ਦੇ ਵਿੱਚ ਕਹਿ ਰਹੇ ਨੇ। ਉਹ ਕੀ ਕਹਿ ਰਹੇ ਨੇ? ਜੇ ਵਡ ਭਾਵੈ ਤੇ ਵਡ ਹੋਏ, ਕਿ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜਿੰਨਾ ਚਾਹੇ ਆਪਣੇ ਆਪ ਨੂੰ ਓਨਾ ਵੱਡਾ ਕਰ ਸਕਦਾ ਹੈ। ਅੱਜ ਸ੍ਰਿਸ਼ਟੀ ਐਡੀ ਹੈ ਤਾਂ ਪਰਮਾਤਮਾ ਚਾਹੇ ਉਹਨੂੰ ਐਡੀ ਕਰ ਲਵੇ, ਐਨੀ ਕਰ ਲੇ, ਹੋਰ ਵੱਡੀ ਕਰ ਲੇ। ਅਸੀਂ ਸਾਰੇ ਜੀਵ ਰਲ ਮਿਲ ਕੇ ਇੰਨੀ ਸ੍ਰਿਸ਼ਟੀ ਦਾ ਅੰਤ ਪਾਇਆ ਤਾਂ ਉਸ ਪਰਮਾਤਮਾ ਨੇ ਆਪਣੇ ਆਪ ਨੂੰ ਹੋਰ ਵਿਸ਼ਾਲ ਕਰ ਲਿਆ, ਉਸ ਤੋਂ ਉੱਤੇ ਹੋਰ ਵਿਸ਼ਾਲ ਕਰ ਲਿਆ, ਬੇਅੰਤ ਵਿਸ਼ਾਲ ਕਰ ਲਿਆ। ਜੇਵੜ ਭਾਵੇ ਤੇਵੜ ਹੋਏ, ਕਿ ਪਰਮਾਤਮਾ ਆਪਣੇ ਆਪ ਨੂੰ ਜਿੰਨਾ ਚਾਹੁੰਦਾ ਹੈ ਓਨਾ ਵੱਡਾ ਹੋ ਜਾਂਦਾ ਹੈ। ਨਾਨਕ ਜਾਣੈ ਸਾਚਾ ਸੋਏ, ਉਹ ਸੱਚਾ ਪਰਮਾਤਮਾ ਅਕਾਲ ਪੁਰਖ ਪਰਮਾਤਮਾ ਜੀ, ਵਾਹਿਗੁਰੂ ਜੀ, ਨਿਰੰਕਾਰ ਜੀ, ਉਹੀ ਜਾਣਦੇ ਨੇ ਕਿ ਉਹ ਕਿੰਨੇ ਵੱਡੇ ਨੇ। ਨਾਨਕ ਜਾਣੈ ਸਾਚਾ ਸੋਏ, ਉਹੀ ਅਕਾਲ ਪੁਰਖ ਪਰਮਾਤਮਾ ਜਾਣਦਾ ਹੈ ਕਿ ਉਹਦਾ ਪਸਾਰਾ ਕਿੱਡਾ ਵੱਡਾ ਹੈ। ਅਸੀਂ ਸਾਰੇ ਜੀਵ, ਕਰੋੜਾਂ ਜੀਵ ਰਲ ਕੇ ਇਸ ਦਾ ਅੰਤ ਨਹੀਂ ਪਾ ਸਕਦੇ। ਜੇ ਕੋ ਆਖੈ ਬੋਲ ਵਿਗਾੜ, ਬੋਲ ਵਿਗਾੜ ਦਾ ਮਤਲਬ ਕਿ ਬੜਬੋਲਾ ਵਿਅਕਤੀ, ਮੂੰਹ ਫੱਟ ਵਿਅਕਤੀ, ਜਿਹੜਾ ਕਿ ਬੋਲਣ ਲੱਗਿਆ ਸੋਚਦਾ ਨਹੀਂ, ਜਿਹੜਾ ਕੁਝ ਵੀ ਸੋਚਦਾ ਨਹੀਂ ਸਿੱਧਾ ਬੋਲ ਦਿੰਦਾ। ਉਹ ਹੁਣ ਗੁਰੂ ਨਾਨਕ ਸਾਹਿਬ ਜੀ ਕੀ ਕਹਿ ਰਹੇ ਨੇ? ਜੇ ਕੋ ਆਖੈ ਬੋਲ ਵਿਗਾੜ, ਕਿ ਜੇਕਰ ਕੋਈ ਬੜਬੋਲਾ ਵਿਅਕਤੀ ਇਹ ਕੋਸ਼ਿਸ਼ ਕਰੇ ਬੋਲਣ ਦੀ, ਆਖਣ ਦੀ, ਮਿਣਨ ਦੀ, ਤੋਲਣ ਦੀ, ਮੁੱਲ ਪਾਉਣ ਦੀ, ਇਹ ਸਾਰੀ ਕੋਸ਼ਿਸ਼ ਕਰੇ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਕਹਿੰਦੇ ਨੇ ਕਿ ਅਜਿਹੇ ਮਨੁੱਖ ਨੂੰ, ਅਜਿਹੇ ਬੜਬੋਲੇ ਵਿਅਕਤੀ ਨੂੰ ਅਖੀਰ ਦੇ ਉੱਤੇ ਮੂਰਖਾਂ ਤੋਂ ਵੀ ਮੂਰਖ ਦਾ ਖਿਤਾਬ ਜਿਹੜਾ
ਉਹ ਮਿਲਦਾ ਹੈ। ਉਹ ਇਹੀ ਗਿਣਿਆ ਜਾਏਗਾ ਕਿ ਇਹ ਮੂਰਖ ਹੈ, ਇਹਨੇ ਕੋਸ਼ਿਸ਼ ਕੀਤੀ ਲੱਭਣ ਦੀ ਪਰ ਇਹਨੂੰ ਤਾਂ ਅੰਤ ਪਾਇਆ ਹੀ ਨਹੀਂ। ਪਰਮਾਤਮਾ ਇੰਨਾ ਵੱਡਾ ਹੈ ਪਰ ਇਹ ਇੱਕ ਕੀੜੀ ਜਿੰਨਾ ਅੰਤ ਵੀ ਜਿਹੜਾ ਹੈ ਪਰਮਾਤਮਾ ਦਾ ਨਹੀਂ ਪਾ ਸਕਿਆ, ਇਹ ਤਾਂ ਮੂਰਖ ਹੈ। ਇਸ ਸਾਰੀ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪਰਮਾਤਮਾ ਦੇ ਬੇਅੰਤ ਗੁਣਾਂ ਦੇ ਮੁੱਲ ਨੂੰ ਪਾਉਣ ਦੀ ਕੋਸ਼ਿਸ਼ ਕਰਨ ਵਾਲੇ ਬੇਅੰਤ ਜੀਵਾਂ ਦਾ ਜ਼ਿਕਰ ਕੀਤਾ ਹੈ ਤੇ ਅਖੀਰ ਦੇ ਉੱਤੇ ਸਾਨੂੰ ਇਹੀ ਗੱਲ ਸਮਝਾਈ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੇ ਸਾਚਾ ਸੋਏ। ਇਹ ਗੱਲ ਸਮਝਣ ਵਾਲੀ ਹੈ ਕਿ ਪਰਮਾਤਮਾ ਆਪਣੇ ਆਪ ਨੂੰ ਜਿਤਨਾ ਮਰਜ਼ੀ ਵਿਸ਼ਾਲ ਕਰ ਲਵੇ ਪਰ ਇਸ ਬਾਰੇ ਜਾਣਦਾ ਕੌਣ ਹੈ? ਉਹ ਪਰਮਾਤਮਾ ਖੁਦ ਆਪ ਹੀ ਜਾਣਦਾ ਹੈ। ਅਸੀਂ ਜੀਵ ਇਸ ਬਾਰੇ ਨਹੀਂ ਜਾਣਦੇ ਤੇ ਨਾ ਇਹ ਅਸੀਂ ਕੋਸ਼ਿਸ਼ਾਂ ਕਰੀਏ। ਸਾਨੂੰ ਪਰਮਾਤਮਾ ਨੇ ਜਿਸ ਕੰਮ ਦੇ ਲਈ ਦੁਨੀਆ ਵਿੱਚ ਭੇਜਿਆ ਹੈ ਅਸੀਂ ਉਹ ਕੰਮ ਕਰੀਏ। ਅਸੀਂ ਉਹ ਕੰਮਾਂ ਨੂੰ ਛੱਡ ਕੇ ਪਰਮਾਤਮਾ ਦੇ ਅੰਤ ਲੱਭਣ ਦੀ ਕੋਸ਼ਿਸ਼ ਨਾ ਕਰੀਏ। ਅਸੀਂ ਉਸ ਬੇਅੰਤ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਬਖਸ਼ਿਸ਼ਾਂ, ਸਾਨੂੰ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਅਸੀਂ ਇਸ ਜੀਵਨ ਨੂੰ ਬਤੀਤ ਕਰੀਏ। ਆਓ ਇਤਨੇ ਕੁ ਵਿਚਾਰਾਂ ਦੇ ਨਾਲ ਅੱਜ ਦੀ ਪੌੜੀ ਦੀ ਇੱਥੇ ਹੀ ਸਮਾਪਤੀ। ਜੇਕਰ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੀ ਹੈ, ਜੇਕਰ ਤੁਹਾਨੂੰ ਸਾਡੀਆਂ ਬਾਕੀ ਵੀਡੀਓਜ਼ ਵੀ ਚੰਗੀਆਂ ਲੱਗ ਰਹੀਆਂ ਨੇ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਕਰੋ ਅਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਤੁਹਾਡਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।